केसरी टीवी, हक सच और इंसाफ की आवाज। मेरी बहन को कैंसर हो गया था। पर फॉरेन के डॉक्टर लोग ऑपरेट नहीं कर पा रहे थे। उन्होंने पहले हमें वीडियो दिखाया जिसमें प्रॉफेट बलजिंदर सिंह ने एक मरे हुए बच्चे को जिंदा किया। डॉक्टर ने क्लेम किया कि ये बच्चा मर चुका है ਤੇ ਐਡਾ ਕਰਾਮਾਤੀ ਆਪਣੇ ਆਪ ਨੂੰ ਦੱਸ ਰਿਹਾ ਹੈ ਰੱਬ ਦਾ ਰੂਪ ਕਿ ਮਰਿਆਂ ਨੂੰ ਜਿੰਦਾ ਕਰ ਰਿਹਾ। ਸਿੱਖ ਬੱਚਾ ਹੈ ਜੀ, ਉਹਦੇ ਗਲ ਦੇ ਵਿੱਚ ਇਹਨਾਂ ਨੇ ਕ੍ਰਿਸਚੀਅਨ ਮਾਰਕ ਪਾਤਾ ਹੈ। ਇਹੀ ਵੀਡੀਓ ਦਿਖਾ ਕੇ ਇਹਨਾਂ ਨੂੰ ਮੁੰਬਈ ਤੋਂ ਜਲੰਧਰ ਬੁਲਾਇਆ ਗਿਆ ਕਿ ਅਸੀਂ ਮਰੇ ਬੱਚੇ ਜਿੰਦੇ ਕਰ ਦਿੰਦੇ, ਤੁਹਾਡੀ ਬੇਟੀ ਦਾ ਕੈਂਸਰ ਵੀ ਠੀਕ ਕਰ ਦਿੰਦੇ। ਅੱਜ ਕੱਲ ਵੈਸੇ ਹੀ ਕਰੋਨਾ ਨੇ ਲੋਕਾਂ ਦੀ ਮੱਤ ਮਾਰੀ ਹੋਈ ਹੈ। ਦੂਜੇ ਪਾਸੇ ਸਾਡੇ ਦੇਸ਼ ਦੇ ਵਿੱਚ ਅੱਜ ਵੀ ਧਰਮ ਦੇ ਨਾਮ ਤੇ ਜਿਹੜੀ ਰਾਜਨੀਤੀ ਚੱਲ ਰਹੀ ਹੈ, ਧਰਮ ਦੇ ਨਾਮ ਤੇ ਜਿਹੜੀ ਲੋਕਾਂ ਦੀ ਲੁੱਟ ਖਸੁੱਟ ਚੱਲ ਰਹੀ ਹੈ, ਉਹਦੀ ਇੱਕ ਜਿੰਦੀ ਜਾਗਦੀ ਉਦਾਹਰਨ ਅੱਜ ਜਲੰਧਰ ਦੇ ਐਸਐਸਪੀ ਆਫਿਸ ਪਹੁੰਚੀ ਹੈ। ਸਾਡੇ ਨਾਲ ਇਸ ਬਾਰੇ ਵਿਸਤਾਰ ਵਿੱਚ ਗੱਲ ਕਰਨ ਵਾਸਤੇ ਹਿੰਦ ਕ੍ਰਾਂਤੀ ਦਲ ਦੇ ਕੁਨਾਲ ਕੋਹਲੀ ਨੇ। ਕੁਨਾਲ ਜੀ ਆਓ ਜਰਾ। ਕੁਨਾਲ ਕੋਹਲੀ ਜੀ, ਕੀ ਹੈ ਸਾਰੀ ਗੱਲ, ਕੀ ਹੈ ਸਾਰੀ ਸਿਚੁਏਸ਼ਨ? ਤੁਸੀਂ ਕੁਝ ਲੋਕਾਂ ਨੂੰ ਲੈ ਕੇ ਆਏ ਹੋ ਐਸਐਸਪੀ ਸਾਹਿਬ ਨੂੰ ਮਿਲਾਨ, ਕੋਈ ਧਰਮ ਦਾ ਮੁੱਦਾ ਹੈ, ਦੱਸਿਓ ਕੀ ਹੈ ਸਾਰੀ। ਮੁੱਦਾ ਹੈ ਜੀ, ਇੱਕ ਮਹਾਰਾਸ਼ਟਰ ਤੋਂ ਫੈਮਿਲੀ ਆਈ ਦੀ ਸੀ। ਕੱਲ ਮੈਨੂੰ ਸਾਡੇ ਵਲੰਟੀਅਰ ਨੇ ਫੋਨ ਕੀਤਾ ਕਿ ਏਦਾਂ ਮਹਾਰਾਸ਼ਟਰ ਤੋਂ ਕੋਈ ਫੈਮਿਲੀ ਆਈ ਹੈ, ਉਹਨਾਂ ਦੀ ਬੱਚੀ ਦੀ ਡੈਥ ਹੋ ਗਈ ਹੈ, ਤੇ ਏਦਾਂ ਹੀ ਨਾ ਦਰ ਭਟਕ ਰਹੇ ਆ ਚਰਚ ਦੇ ਬਾਹਰ, ਤੇ ਕੋਈ ਪੁੱਛਣ ਵਾਲਾ ਨਹੀਂ ਹੈ। ਤੇ ਫਿਰ ਅਸੀਂ ਜਦੋਂ ਹੁਣ ਰਾਤੀ ਕਾਫੀ ਲੇਟ ਹੋ ਗਏ ਸੀ, ਆਪਾਂ ਸਵੇਰੇ ਇਹਨਾਂ ਕੋਲ ਪਹੁੰਚੇ ਤੇ ਇਹਨਾਂ ਕੋਲ ਸਾਰੀ ਗੱਲਬਾਤ ਪੁੱਛੀ ਤੇ ਇਹਨਾਂ ਨੇ ਦੱਸਿਆ ਕਿ ਅਸੀਂ ਮਹਾਰਾਸ਼ਟਰ ਤੋਂ ਆਏ ਆ ਤੇ ਸਾਡੀ ਜਿਹੜੀ ਲੜਕੀ ਨੂੰ ਸੀਗਾ ਕੈਂਸਰ, ਤੇ ਇਹਨਾਂ ਦੀ ਬੇਟੀ ਨੂੰ, ਹਾਂਜੀ ਉਹਨਾਂ ਦੀ ਬੇਟੀ ਨੂੰ ਸੀਗਾ ਕੈਂਸਰ। ਤੇ ਇਹਨਾਂ ਨੇ ਦੱਸਿਆ ਕਿ ਅਸੀਂ ਸਾਰੇ ਪਾਸੇ ਡਾਕਟਰਾਂ ਨੂੰ ਪੁੱਛ ਲਿਆ ਸੀਗਾ ਤੇ ਉਹ ਕਹਿੰਦੇ ਕਿ ਇਹਦਾ ਫੈਲ ਚੁੱਕਾ ਕੈਂਸਰ ਕਾਫੀ। ਤੇ ਇਨ ਬਿਟਵੀਨ ਹੀ ਇਹਨਾਂ ਨੇ ਇਹਨਾਂ ਦੇ ਉੱਥੇ ਕੋਈ ਜਿਹੜੀ ਚਰਚ ਮੈਡਮ ਜਾਂਦੀ ਹੋਏਗੀ, ਮੈਨੂੰ ਨਾਮ ਨਹੀਂ, ਕੀ ਨਾਮ ਸਵਰਨਾ ਕੋਈ ਹੈਗੀ ਲੇਡੀਜ਼, ਉਹਨਾਂ ਦੇ ਨਾਲ ਇਹਨਾਂ ਦੀ ਜਾਣ ਪਛਾਣ ਸੀਗੀ। ਉਹਨੇ ਦੱਸਿਆ ਕਿ ਤੁਸੀਂ ਇੱਥੇ ਪਾਸਟਰ ਬਲਜਿੰਦਰ ਸਿੰਘ ਜੀ ਹੈਗੇ ਆ, ਉਹ ਇਹ ਸਭ ਠੀਕ ਕਰ ਸਕਦੇ ਆ। ਇਹਨਾਂ ਨੇ ਫਿਰ ਉਹਨਾਂ ਵੀਡੀਓ ਕਾਲਿੰਗ ਵੀ ਇਹਦੀ ਪਾਸਟਰ ਨਾਲ ਕਰਾਈ। ਕਿੱਥੇ ਹੈ ਜੀ ਪਾਸਟਰ ਬਲਜਿੰਦਰ ਸਿੰਘ, ਕਿਹੜੀ ਚਰਚ ਹੈ? ਆਪਣਾ ਵਿਲੇਜ ਤਾਜਪੁਰ ਹੈ ਜੀ ਜਲੰਧਰ ਦੇ ਵਿੱਚ, ਉੱਥੇ ਇਹਨਾਂ ਦਾ ਚਰਚ ਹੈ। ਇਹਨਾਂ ਦੀ ਗੱਲਬਾਤ ਹੋਈ, ਉਹਨਾਂ ਨੇ ਇਹਨੂੰ ਸ਼ੋਰਟੀ ਦਿੱਤੀ ਫੋਨ ਤੇ ਕਿ ਆਪਾਂ ਤੁਹਾਡਾ ਕੈਂਸਰ ਇਲਾਜ ਬਿਲਕੁਲ ਠੀਕ ਹੋ ਜਾਏਗਾ। ਤੇ ਇਹ ਉਸ ਬਹਿਕਾਵੇ ਚ ਆ ਗਿਆ ਵੀ ਮਹਾਰਾਸ਼ਟਰ ਤੋਂ ਇੱਥੇ ਪਹਿਲਾਂ ਕਹਿੰਦੇ ਆਪਾਂ ਚੰਡੀਗੜ੍ਹ ਗਏ ਉਹਨੂੰ ਮਿਲਣ ਵਾਸਤੇ, ਚੰਡੀਗੜ੍ਹ ਉਹ ਕਹਿੰਦੇ ਅਪਾਇੰਟਮੈਂਟ ਲੇਟ ਹੋ ਗਏ ਪਹੁੰਚ ਗਏ, ਉਹਨੇ ਅਪਾਇੰਟਮੈਂਟ ਫਿਰ ਜਲੰਧਰ ਦੀ ਦੇ ਦਿੱਤੀ ਤੇ 28 ਤਰੀਕ ਨੂੰ ਉਹਦੇ ਕੋਲ ਪਹੁੰਚੇ ਆ। ਇਹਨਾਂ ਨੇ ਉਹਦੇ ਕੋਲ ਪਾਸਟਰ ਨੇ ਇਹਨਾਂ ਕੋਲ ਕਹਿੰਦੇ ਡਿਮਾਂਡ ਕੀਤੀ ਹੈ ਮੇਰੇ ਕੋਲੋਂ ਕਿ ਸਾਨੂੰ ਇੰਨੇ ਪੈਸੇ ਦੇ ਦਿਓ। ਕਹਿੰਦੇ ਸਾਡੇ ਕੋਲ ਇੰਨੇ ਪੈਸੇ ਤੇ ਹੈ ਨਹੀਂ। ਤੇ ਉਹਨੇ ਕਿਹਾ ਫਿਰ ਤੁਸੀਂ ਏਦਾਂ ਆਪਣਾ ਧਰਮ ਪਰਿਵਰਤਨ ਕਰ ਲਓ, ਕ੍ਰਿਸਚਨ ਬਣ ਜਾਓ। ਇਹਨਾਂ ਦਾ ਫਿਰ ਧਰਮ ਪਰਿਵਰਤਨ ਵੀ ਉੱਥੇ ਕਰਾਇਆ ਉਹਨੇ। ਇਹ ਕਿਹੜੇ ਧਰਮ ਨੂੰ ਬਿਲੋਂਗ ਕਰਦੇ? ਪੰਡਤ ਨੇ ਜੀ, ਬ੍ਰਾਹਮਣ ਨੇ। ਅੱਛਾ, ਬ੍ਰਾਹਮਣਾਂ ਨੂੰ ਕਨਵਰਟ ਕਰਾ ਕੇ ਪਹਿਲੇ ਕ੍ਰਿਸਚੀਅਨ ਬਣਾਇਆ, ਉਸ ਤੋਂ ਬਾਅਦ ਫਿਰ ਇਹਨਾਂ ਦਾ ਇਲਾਜ ਸ਼ੁਰੂ ਕੀਤਾ। ਬਿਲਕੁਲ ਇਲਾਜ, ਕਿਉਂਕਿ ਇਹਨਾਂ ਕੋਲ ਜੋ ਡਿਮਾਂਡ ਜੋ ਇਹਨਾਂ ਨੇ ਕੀਤੀ ਹੈ, ਕਹਿੰਦੇ ਸਾਡੇ ਕੋਲ ਇੰਨੇ ਪੈਸੇ ਨਹੀਂ ਹੈਗੇ, ਅਸੀਂ ਤੇ ਇਲਾਜ ਕਰਾ ਕੇ ਅੱਗੇ ਖਤਮ ਹੋਏ ਪਏ ਆ। ਉਹਨੇ ਕਿਹਾ ਤੁਸੀਂ ਕ੍ਰਿਸਚਨ ਬਣ ਜਾਓ। ਬਿਲਕੁਲ ਫਿਰ ਇਹਨਾਂ ਨੂੰ ਉਹਨਾਂ ਨੇ ਕ੍ਰਿਸਚਨ ਬਣਾਉਣ ਤੋਂ ਬਾਅਦ ਕੋਈ ਇਹਨਾਂ ਨੂੰ ਦਵਾਈ ਵੀ ਦਿੱਤੀ ਹੈ, ਉਹਦੇ ਤੇ ਇਹਨਾਂ ਕੋਲ ਪੈਸੇ ਲੈ ਲਏ ਆ। ਟੋਟਲ ਇਹਨਾਂ ਕੋਲ 80-85 ਹਜ਼ਾਰ ਰੁਪਏ ਕਹਿੰਦੇ ਸਾਡੇ ਕੋਲ ਲੈ ਲਿਆ, ਠੱਗ ਲਿਆ ਸਾਡੇ ਕੋਲੋਂ। ਤੇ ਦਵਾਈ ਅਸਰਫੁਲ ਰਹੀ, ਕੁੜੀ ਠੀਕ ਹੋ ਗਈ? ਨਹੀਂ ਜੀ, ਦਵਾਈ ਦੇਣ ਤੋਂ ਕਹਿੰਦੇ ਉਹਨੇ ਇਹਨਾਂ ਨੂੰ ਕਿਹਾ ਕਿ ਦਵਾਈ 15-20 ਦਿਨ ਤੁਸੀਂ ਦਵਾਈ ਨੂੰ ਦਿਓ, ਉਸ ਤੋਂ ਬਾਅਦ ਅਸੀਂ ਪ੍ਰੇਅਰ ਵੀ ਕਰਾਂਗੇ ਤੇ ਤੁਹਾਡੀ ਬੱਚੀ ਦੇਖ ਲਓ ਹੁਣ ਕੈਂਸਰ ਦਾ ਬਿਲਕੁਲ ਠੀਕ ਹੋ ਚੁੱਕਾ ਹੈ। 15-20 ਦਿਨ ਬਾਅਦ ਤੁਸੀਂ ਰਿਪੋਰਟ ਦੇਖੋਗੇ ਬਿਲਕੁਲ ਨਾਰਮਲ ਆਏਗੀ। ਇਹਨਾਂ ਨੇ ਉਸੇ ਤਰੀਕੇ ਨਾਲ 20-25 ਦਿਨ ਬਾਅਦ ਇਹਦੀ ਰਿਪੋਰਟ ਕਰਾਈ, ਰਿਪੋਰਟ ਫਿਰ ਉੱਦਾਂ ਦੀ ਉੱਦਾਂ ਹੀ। ਇਹ ਜਿਹੜੇ ਤੁਸੀਂ ਅਸੀਮ ਦੱਸਦੇ ਪਏ ਆਪਣੀ ਮਸ਼ਹੂਰੀ ਕਰ ਰਹੇ ਨੇ, ਤੁਸੀਂ ਦੱਸ ਰਹੇ ਸੀ ਉਹਨੀ ਕਿ ਮਸ਼ਹੂਰੀ ਦੀਆਂ ਕੋਈ ਮਰਿਆਂ ਨੂੰ ਜਿੰਦੇ ਕਰ ਰਹੇ ਨੇ, ਕੀ ਹੈ ਉਹ ਵੀ ਥੋੜਾ ਸਾਨੂੰ ਜਾਣਕਾਰੀ ਦਿਓ। ਇਹਨਾਂ ਨੇ ਮੈਨੂੰ ਦੱਸਿਆ, ਮੈਂ ਕਿਹਾ ਤੁਸੀਂ ਉਹਦੇ ਬਿਆਨ ਸੁਣ ਕੇ ਇੱਕਦਮ ਤੁਸੀਂ ਕਿੰਨਾ ਵਿਸ਼ਵਾਸ ਕਿੱਦਾਂ ਕਰ ਲਿਆ? ਕਹਿੰਦੇ ਨਹੀਂ, ਉਹਨਾਂ ਨੇ ਸਾਡੀ YouTube ਤੇ ਉਹਨੇ ਵੀਡੀਓ ਵੀ ਪਾਈ ਹੋਈ ਹੈ। ਉਹ ਮੇਰੇ ਕੋਲ ਵੀ ਵੀਡੀਓ ਤੇ ਮੈਨੂੰ ਦਿਖਾਈ ਅੱਜ ਕਿ ਉਹ ਸਿੱਧਾ ਬੱਚਾ ਇੱਕ ਮਰਿਆ, ਕਹਿੰਦਾ ਉਹ ਆਪ ਕਹਿ ਰਿਹਾ ਪਾਸਟਰ ਬਲਜਿੰਦਰ ਸਿੰਘ ਹੈ, ਦੇਖੋ ਜੀ ਡਾਕਟਰਾਂ ਨੇ ਇਹਨੂੰ ਬਿਮਾਰ ਸੀ ਬੱਚਾ ਮ੍ਰਿਤ ਘੋਸ਼ਿਤ ਕਰ ਚੁੱਕੇ ਆ, ਲੇਕਿਨ ਦੇਖੋ ਹੁਣ ਇਹ ਦੇਖੋ ਆਪਾਂ ਠੀਕ ਕਰ ਦਿੰਦੇ ਆ। ਨਾਲ ਹੀ ਦੇਖਦੇ ਸਾਰੀ ਪਬਲਿਕ ਦੇ ਵਿੱਚ ਉਹ ਬੱਚਾ ਠੀਕ ਹੋ ਜਾਂਦਾ ਜੀ। ਮਰੇ ਨੂੰ ਜਿੰਦਾ ਕਰ ਦਿੱਤਾ। ਇਹਨਾਂ ਦੀ ਬੇਟੀ ਠੀਕ ਹੋ ਗਈ ਜੀ ਕੈਂਸਰ? ਨਹੀਂ ਜੀ, ਇਹਨਾਂ ਦੀ ਬੱਚੀ ਤੇ ਉਹ ਤੇ ਚਲੋ ਸਭ ਨੂੰ ਪਤਾ ਹੈ ਕਿ ਮਰਿਆਂ ਨੂੰ ਕੌਣ ਏਦਾਂ ਠੀਕ ਕਰ ਸਕਦਾ, ਰੱਬ ਤੇ ਉਹ ਹੈ ਨੀਗਾ। ਠੱਗੀਆਂ ਉਹ ਮਾਰਦਾ ਪਿਆ ਲੋਕਾਂ ਦੇ ਨਾਲ। ਇਹ ਤੇ ਸਿਰਫ ਇੱਕ ਸ਼ੋਸ਼ਾ ਉਹਨੇ ਬਣਾਇਆ ਕਿ ਆ ਮਰੇ ਨੂੰ ਜਿੰਦਾ ਕਰਤਾ ਜਾਂ ਕੁਝ ਕਰਤਾ। ਇਹਨਾਂ ਦੀ ਬੱਚੀ ਦਾ ਕੀ ਬਣਿਆ? ਇਹਨਾਂ ਦੀ ਬੱਚੀ ਦੀ ਵਿਚਾਰੀ ਕੱਲ ਚਰਚ ਦੇ ਵਿੱਚ ਉਹਨਾਂ ਨੇ ਆਪਣਾ ਕਹਿੰਦੇ ਇਲਾਜ ਲੂ ਜਿਹੜੇ ਪਾਸਟਰ ਨੇ ਜੋ ਮੰਤਰ ਸ਼ੰਤਰ ਜੋ ਵੀ ਕੀਤਾ, ਲੇਕਿਨ ਤਾਂ ਵੀ ਕੁੜੀ ਉਹਦੀ ਜਿੰਦਾ ਨਹੀਂ ਹੋ ਸਕੀ। ਤੇ ਇਹ ਤੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਹੁਣ ਠੱਗਿਆ ਵੀ ਮਹਿਸੂਸ ਕਰ ਰਿਹਾ ਤੇ ਨਾਲ ਇਹਨਾਂ ਨੇ ਆਪਣੀ ਬੱਚੀ ਵੀ ਗਵਾ ਲਈ, ਨਾਲ ਪੈਸਾ ਵੀ ਗਵਾ ਲਿਆ। ਤੇ ਹੁਣ ਆਪਾਂ ਇਹਨਾਂ ਨੂੰ ਇਨਸਾਫ ਦਿਵਾਉਣ ਵਾਸਤੇ ਬੱਚੀ ਦੀ ਡੈਡ ਬੋਡੀ ਦਾ ਸੰਸਕਾਰ ਵਗੈਰਾ ਕਰਤਾ? ਨਹੀਂ ਜੀ ਨਹੀਂ, ਉਹ ਜਿਹੜੀ ਡੈਡ ਬੋਡੀ ਆ ਕੁੜੀ ਦੀ ਇੱਥੇ ਸ਼ਮਸ਼ਾਨ ਘਾਟ ਵਿੱਚ ਪਈ ਆ ਤੇ ਅਸੀਂ ਇਹਨਾਂ ਨੂੰ ਹੁਣ ਇੱਥੇ ਲੈ ਕੇ ਇਨਸਾਫ ਦਿਵਾਉਣ ਵਾਸਤੇ ਆਏ ਹਾਂ। ਐਸਐਸਪੀ ਸਾਹਿਬ ਕੋਲ ਉਹਨਾਂ ਨੇ ਵੀ ਪੂਰਾ ਸਾਨੂੰ ਆਸ਼ਵਾਸਨ ਦਿੱਤਾ ਕਿ ਇਸ ਬੰਦੇ ਦੇ ਉੱਪਰ ਜਲਦ ਤੋਂ ਜਲਦ ਕਾਰਵਾਈ ਅਸੀਂ ਕਰਾਂਗੇ। ਅੱਛਾ, ਇੱਕ ਗੱਲ ਦੱਸੋ,
ਸਭ ਤੋਂ ਜ਼ਿਆਦਾ ਭੰਡੇ ਜਾਂਦੇ ਨੇ ਹਿੰਦੂ ਤਾਂਤਰਿਕ ਅਸੀਂ ਦੇਖਦੇ ਹਾਂ, ਜਾਂ ਮੁਸਲਮਾਨ ਬੰਗਾਲੀ ਤਾਂਤਰਿਕ, ਇਹਨਾਂ ਨੂੰ ਸਾਰਾ ਮੀਡੀਆ ਵੀ ਭੰਡਦਾ ਹੈ, ਸਭ ਕੁਝ ਇਹਨਾਂ ਦੇ ਅਗੇਂਸਟ ਲੋਕ ਹੁੰਦੇ ਨੇ। ਇਹ ਸ਼ੋਅ ਕੀਤਾ ਜਾਂਦਾ ਹੈ ਕਿ ਹਿੰਦੂ ਧਰਮ ਦੇ ਵਿੱਚ ਦੇਖੋ ਜੀ ਤੰਤਰ ਮੰਤਰ ਕਿੰਨਾ ਹੈ, ਅਘੋੜੀ ਕਿੰਨੇ ਨੇ, ਪਰ ਇਹ ਜਿਹੜਾ ਕ੍ਰਿਸਚੀਅਨ ਕਮਿਊਨਿਟੀ ਹੈ ਜਿਹੜਾ ਜਾਦੂ ਮੰਤਰਾਂ ਦੇ ਨਾਲ ਲੋਕਾਂ ਦਾ ਇਲਾਜ ਕਰ ਰਹੇ ਨੇ, ਮੈਂ ਬਹੁਤ ਸਾਰੀ ਵੀਡੀਓਜ਼ ਦੇਖ ਰਿਹਾ ਵਾਂ, ਵਾਇਰਲ ਹੋ ਰਹੀਆਂ ਨੇ, ਜਿੱਦਾਂ ਤੁਸੀਂ ਦੱਸ ਰਹੇ ਮਰਿਆਂ ਨੂੰ ਜਿੰਦਾ ਕਰਤਾ, ਲੰਗੜਿਆਂ ਨੂੰ ਚਲਾਤਾ, ਕਿ ਇਹ ਉਹ ਪਖੰਡ ਦਾ ਹਿੱਸਾ ਨਹੀਂ ਹੈਗਾ? ਤੁਸੀਂ ਕੀ ਸਮਝਦੇ ਹੋ? ਦੇਖੋ ਜੀ ਪਖੰਡ ਹੀ ਹੈ, ਸੋਸ਼ਲ ਮੀਡੀਆ ਦੇ ਉੱਪਰ ਇਹਨਾਂ ਨੇ ਇੰਨੀ ਵੀਡੀਓ ਬਣਾਈਆਂ, ਸਾਡਾ ਸਾਰਿਆਂ ਦਾ IT ਸੈੱਲ ਸਭ ਕੁਝ ਬਣਿਆ ਹੋਇਆ, ਲੇਕਿਨ ਕੋਈ ਵੀ ਇਹਨਾਂ ਦੇ ਉੱਪਰ ਕੋਈ ਐਕਸ਼ਨ ਨਹੀਂ ਕਰਦਾ ਸਰ। ਐਦਾਂ ਦੀ ਵੀਡੀਓ ਬਣਾ ਕੇ ਉਹ ਸੋਸ਼ਲ ਵੀਡੀਓ ਤੇ ਪਾਈ ਹੈ, ਕੋਈ ਵੀ ਗੁੰਮਰਾਹ ਹੋ ਜਾਊਗਾ। ਪੜ੍ਹੇ ਲਿਖੇ ਇਨਸਾਨ ਵੀ ਆਪਣਾ ਇਹਦੇ 'ਚ ਗੁੰਮਰਾਹ ਹੋ ਜਾਂਦੇ ਨੇ। ਇਹ ਵਿਚਾਰੇ ਉੱਧਰ ਬੈਠੇ ਇਹ ਸਬਜ਼ੀ ਵੇਚਣ ਦਾ ਕੰਮ ਕਰਦੇ ਆ, ਇਹ ਵੀ ਇੱਦਾਂ ਦੀ ਵੀਡੀਓ ਬਹਿ ਕੇ ਜਾਂ ਕਿਸੇ ਲੇਡੀਜ਼ ਸੰਪਰਕ ਚਾਂ 'ਚ ਬਹਿ ਕੇ ਤੇ ਆ ਕੇ ਆਪਣੀ ਕੁੜੀ ਵੀ ਵਿਚਾਰੇ ਤੇ ਗਵਾ ਲਈ ਤੇ ਆਪਣਾ ਪੈਸਾ ਵੀ ਗਵਾ ਲਿਆ, ਸਭ ਕੁਝ ਗਵਾ ਲਿਆ, ਵਿਚਾਰੇ ਇੱਦਾਂ ਹੀ ਅੱਜ ਖੜੇ ਆ। ਅਸੀਂ ਪੀੜਤਾਂ ਦੇ ਨਾਲ ਗੱਲ ਕਰਦੇ ਹਾਂ ਜਿਹੜੇ ਮਹਾਰਾਸ਼ਟਰ ਤੋਂ ਇੱਥੇ ਪਾਸਟਰ ਬਰਜਿੰਦਰ ਕੋਲੋਂ ਕੋਈ ਜਾਦੂ ਮੰਤਰ ਦੇ ਨਾਲ ਕੋਈ ਇਲਾਜ ਕਰਾਉਣਾ ਆਏ ਸੀ, ਜਾਂ ਸਮਝ ਲਓ ਦੁਆਵਾਂ ਦੇ ਨਾਲ ਕੀ ਉਹ ਇਲਾਜ ਕਰਦੇ ਨੇ ਰੱਬ ਜਾਣੇ, ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਤੁਸੀਂ ਆਏ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਪੀੜਤ ਪਰਿਵਾਰ ਮੌਜੂਦ ਹੈ ਜਿਹੜੇ ਮਹਾਰਾਸ਼ਟਰ ਤੋਂ ਜਲੰਧਰ ਆਏ ਸੀ ਪਾਸਟਰ ਬਲਜਿੰਦਰ ਕੋਲੋਂ ਆਪਣੀ ਬੇਟੀ ਦੇ ਕੈਂਸਰ ਦਾ ਇਲਾਜ ਕਰਾਉਣ। ਉਹਨਾਂ ਨਾਲ ਗੱਲਬਾਤ ਕਰਦੇ हैं, पंजाबी तो नहीं समझते, महाराष्ट्रीयन ਆਪਾਂ हिंदी गल करते हैं ਉਹਨਾਂ ਨਾਲ। हाँ जी, क्या नाम है जी? पहले अपना नाम बताइए, कहाँ से आए हैं ये बताइए, फिर आगे हम आपकी बात सुनेंगे। मेरा नाम शुभम पंडित है, मैं मुंबई का रहने वाला हूँ। मैं मुंबई से जलंधर आया हूँ। मेरी माता जी का नाम मीना पंडित है और मैं, मेरी माता जी और मेरी बहन, हम तीनों मुंबई में रहते हैं। हम क्या सारा सीन बना, थोड़ा शुरुआत से हमें बताइए। मैं आपको बता देता हूँ शुरुआत से। मेरी बहन को कैंसर हो गया था, लंग्स में कैंसर हो गया, तो डॉक्टर लोग ऑपरेट नहीं कर पा रहे थे। इनफैक्ट फॉरेन के डॉक्टर लोग भी ऑपरेट नहीं कर पा रहे थे उसे। तो उसके बाद हमारे हम जहाँ रहते हैं वहाँ प्रॉफिट भजिंदर सिंह की मिनिस्ट्री में एक वॉलंटियर थे, उन्होंने हमें बताया कि आप एक बार इधर जाइए। यहाँ उन्होंने पहले हमें वीडियो दिखाया जिसमें प्रॉफिट भजिंदर सिंह ने एक मरे हुए बच्चे को जिंदा किया। वो प्रॉफिट भजिंदर सिंह जी ने कहा कि डॉक्टर ने क्लेम किया कि ये बच्चा मर चुका है, आप वो है वीडियो है, यही आपको दिखाना जरा हमें। ਆਪਾਂ ਤੁਹਾਨੂੰ ਵੀਡੀਓ ਦਿਖਾਣੇ ਆ। ਸਭ ਤੋਂ ਪਹਿਲੇ ਮਰੇ ਨੂੰ ਜਿੰਦਾ ਕਰ ਰਹੇ ਨੇ, ਬੱਚਾ ਮਰ ਚੁੱਕਾ ਹੈ। ਇਹ ਤੁਸੀਂ ਦੇਖ ਸਕਦੇ ਹੋ ਵੀਡੀਓ। अब आंख बंद करें, हाथ बढ़ाएं, किसी के बच्चे की जान वापस आ जाए। ਤੁਹਾਨੂੰ ਮੈਂ ਆਵਾਜ਼ ਸੁਣਾ ਰਿਹਾ ਉਹਦੀ कि आप ही बलजिंदर सिंह मान रहे हैं कि बच्चा डेड हो चुका है, ते एडा करामाती अपने आप दस रहा है, रब का रूप कि मरिया नूं जिंदा कर रहा। बुखार की वजह से बच्चा मर गया है। बच्चा मर गया। अब आंख बंद करें, हाथ बढ़ाएं, किसी के बच्चे की जान वापिस आ जाए। कितने लोग खुश हैं? कहें कहें कहें, आप दुआ करें, हर एक व्यक्ति दुआ करे। हाथ लगाएंगे, चक्कर लगाएंगे जी, हाथ लगाएंगे। सिख बच्चा है जी, ਉਹਦੇ ਗਲ ਦੇ ਵਿੱਚ ਇਹਨਾਂ ਨੇ ਕ੍ਰਿਸਚੀਅਨ ਮਾਰਕ ਪਾਤਾ ਹੈ, ਤੁਸੀਂ ਦੇਖ ਸਕਦੇ ਹੋ। ਬੱਚੇ ਦਾ ਜੋੜਾ ਕੀਤਾ ਹੋਇਆ ਹੈ। ਇਹੀ ਵੀਡੀਓ ਦੇਖੀ ਸੀ ਤੁਸੀਂ? ਇਹੀ ਵੀਡੀਓ ਦਿਖਾ ਕੇ ਇਹਨਾਂ ਨੂੰ ਮੁੰਬਈ ਤੋਂ ਜਲੰਧਰ ਬੁਲਾਇਆ ਗਿਆ ਕਿ ਅਸੀਂ ਮਰੇ ਬੱਚੇ ਜਿੰਦੇ ਕਰਦੇ ਨੇ, ਤੁਹਾਡੀ ਬੇਟੀ ਦਾ ਕੈਂਸਰ ਵੀ ਠੀਕ ਕਰ ਦਿਆਂਗੇ। ਲਾਈਵ ਤੁਹਾਨੂੰ ਦਿਖਾ ਰਹੇ ਹਾਂ ਸਾਰਾ ਸਬੂਤ ਕਿ ਸਾਡੇ 21ਵੀਂ ਸਦੀ ਦੇ ਵਿੱਚ ਸਾਡੇ ਮੁਲਕ ਨੂੰ ਕਹਿ ਰਹੇ ਨੇ ਜੀ ਇਹ ਮੁਲਕ ਮਾਡਰਨ ਹੋ ਗਿਆ ਹੈ, ਇਹ ਮੁਲਕ ਦੀ ਤਰੱਕੀ ਹੋ ਗਈ ਹੈ। ਮੁਲਕ ਦੀ ਤਰੱਕੀ ਤੁਸੀਂ ਦੇਖ ਰਹੇ ਹੋ, ਮਰਿਆਂ ਨੂੰ ਜਿੰਦਾ ਕੀਤਾ ਜਾ ਰਿਹਾ। बच्चा जिंदा हो गया है। बच्चे के उत्ते पानी छिड़किया जा रहा है, बच्चा जिंदा हो गया जी। हेलो,
ਤੁਸੀਂ ਸਮਝ ਸਕਦੇ ਹੋ ਕਿ ਕੀ ਚੱਲ ਰਿਹਾ ਹੈ ਧਰਮ ਦੇ ਨਾਮ ਤੇ ਮਰਿਆਂ ਨੂੰ ਜਿੰਦਾ ਕੀਤਾ ਜਾ ਰਿਹਾ ਹੈ। ਮਤਲਬ ਡਾਕਟਰੀ ਪੜ੍ਹਾਈਆਂ ਸਭ ਫੇਲ ਹੈ। ਤੁਸੀਂ ਜਾ ਕੇ ਇਹਨਾਂ ਆਪਣਾ ਧਰਮ ਪਰਿਵਰਤਨ ਕਰੋ, ਕ੍ਰਿਸਚੀਅਨ ਬਣੋ ਤੇ ਮਰਿਆਂ ਨੂੰ ਜਿੰਦਾ ਕਰਾਂਗੇ। ਆਪਾਂ ਅੱਗੇ ਇਹਨਾਂ ਨਾਲ ਗੱਲਬਾत करते हैं। हाँ जी, फिर क्या हुआ जी? उसके बाद उन्होंने मुझे बोला कि आप जाइए प्रॉफिट भजिंदर सिंह के मिनिस्ट्री में, यहाँ पे जाएंगे तो आपकी वैन ठीक हो जाएगी। उसके बाद मैंने उनके ट्रेड टावर लाइन पे फ़ोन किया और उन्होंने मुझे कहा कि आप आइए न्यू चंडीगढ़ के चर्च में आइए, जो विलेज राजगढ़ में न्यू चंडीगढ़। उधर हम गए। उनके बाद हम जैसे पहुंचे, हमें हमारी प्रॉफिट जी से ये ना हो पाई। उन्होंने हमसे पैसे लिए। कितने पैसे लिए आप? 5,000 रुपये लिए और उन्होंने बोला कि हम प्रॉफिट जी से आपका अपॉइंटमेंट टेक कर देते हैं। तो फिर अपॉइंटमेंट करने के बाद वो हमें उस दिन नहीं मिले। उसके बाद वो हमसे उनसे हमारी बात 28 फरवरी को हुई। मतलब उसके बाद जब हम 28 फरवरी को गए तो उन्होंने हमसे बोला, अपॉइंटमेंट था हमारा, बोला कि आपकी बहन को ऐसा ऐसा प्रॉब्लम है, इनकी बेटी को, मेरी मम्मी की बेटी को। और उसके बाद उन्होंने बोला 1 लाख रुपए लगेंगे, ये इसको ठीक हो जाएगी पूरी। तो हमने बोला कि हम मुंबई से आए हैं, हम इसका इतना इलाज कर चुके हैं, सब जगह लेके आए, हमारे पास उतना नहीं है। तो बोले हमारी क्रिश्चियन कम्युनिटी है, आप इधर आइए, आप हिंदू है। बोले हमारा नाम पूछा, बताया सर हम ब्राह्मण है, हमारा नाम शुभम पंडित है। बोला आप बैप्टिज्म लीजिए, मतलब बपतिस्मा लीजिए और ऑफिशियल आप क्रिश्चियन बन जाइए। तो देखिए हमारे पास कोई रास्ता नहीं था, हम सब डॉक्टर ना बोल रहे थे, हम भी भावनाओं में बह कर इधर आए। आप थोड़ा सा मैं आपको काट रहा हूँ। आपके पिताजी क्या करते हैं? आपका काम क्या है मुंबई में? वो थोड़ा। हस्बैंड नहीं है। अच्छा, आपके हस्बैंड नहीं है, तो क्या काम करते हो मुंबई में? मैं भाजी का धंधा है मेरा। भाजी मतलब सब्जी बेचते हो? सब्जी बेचने वाला गरीब परिवार है मुंबई का। उन्होंने मुंबई तो जलंधर बुलाया गया, मुड़ के उन्होंने कहा गया कि तुसी 1 लाख रुपया दिओ, ਤੁਹਾਡੇ बेटी का इलाज करांगे। गरीब आदमी को लाख रुपया कित्थों आना? फिर उन्होंने कहा गया कि तुसी धर्म परिवर्तन करा लो, तुसी धर्म परिवर्तन करा के ईसाई बन जाओ, क्रिश्चियन बन जाओ, तो असं थोड़ा फ्री इलाज करांगे। उस तो बाद की हुआ? उसके बाद जब अब हमारे पास कोई चारा नहीं था तो हम तीनों को, मुझे, मेरी मम्मी, मेरी बहन को, हमें बपतिस्मा दिलाया गया और हम क्रिश्चियन बन गए। उन्होंने बोला आज से आप। ये कहाँ किया? चंडीगढ़ में कि जलंधर में? ये हमारा जलंधर में हुआ, क्योंकि चंडीगढ़ में हमारे पास अपॉइंटमेंट नहीं था। जब हम जलंधर आए तो उन्होंने हमारा धर्म परिवर्तन करा दिया। अब हम क्रिश्चियन कह सकते हैं। उन्होंने क्रिश्चियन बनने के बाद आपका नाम क्या रखा गया? हमारा नाम, उन्होंने नाम नहीं चेंज किया। बोला आप चाहे तो ऑफिशियली जाके चेंज करवा सकते हैं आपके जो आधार कार्ड पे। बोले आप करा सकते हैं, लेकिन हमने नहीं कराया। और उन्होंने हमें ये ऑयल दिया और हमें बाइबल दिया। बोला आप दिन में 3 बार प्रार्थना कीजिए और ये ऑयल लगाइए और उसका रिपोर्ट ठीक हो जाएगा। ऑयल कोई ना रजिस्ट्रेशन नंबर है ना कुछ है। ऑयल के ऊपर ना कोई रजिस्ट्रेशन नंबर है, ना कुछ है, ना कोई मार्क है, ना आई से पास हैगी है किधरों भी। सीधा तो सीधा ठगी की जा रही है। देखो और ये 200 रुपये का अच्छा, 200 रुपये का तेल दिता गया कैंसर के मरीज के इलाज ਲਈ कि कैंसर के मरीज ਨੂੰ एनाइटिंग ऑयल लिखा होया, कोई यदि रजिस्ट्रेशन नहीं है। दुष्ट आत्माओं को निकाला और बहुत सी बीमारियों से तेल मलकर उन्होंने चंगा किया। देखो जी, तेल के उत्ते ना कोई रजिस्ट्रेशन नंबर है, ना कोई किसी मैडिकल डिपार्टमेंट, ना भारत की किसी मिनिस्ट्री जो ਇਹੋ ਜਿਹੀਆਂ ਦਵਾਈਆਂ ਨੂੰ ਅਪਰੂਵਲ ਦਿੰਦੀ, ਕੋਈ ਉਹਦੇ ਕੋਲ ਅਪਰੂਵਲ ਨਹੀਂ। ਉਹਦੇ ਤੇ ਸਿੱਧਾ ਲਿਖਿਆ ਪ੍ਰੋਫਿਟ बजिंदर सिंह मिनिस्ट्री, थले लिखा दुष्ट आत्माओं को निकाला और बहुत से बीमारों पर तेल मलकर उन्हें चंगा किया। तेल 200 रुपये का दिता, नाल साडे लिए सारे धर्म ग्रंथ सत्कारयोग ने पवित्र बाइबल दी। पवित्र बाइबल जिवें साडे सिखां दे गुरु ग्रंथ साहब ने, हिंदुआं दे गीता रामायण है, यह पवित्र बाइबल, पर इसका सौदा नहीं होना चाहिए। असीं यह चाहते हैं, ਅਸੀਂ ਸਾਡੇ ਧਰਮਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇ ਜਾਂ ਗੀਤਾ ਰਮਾਇਣ ਦੇ ਨਾਮ ਤੇ ਸੌਦੇਬਾਜ਼ੀ ਨਹੀਂ ਹੈ। ਇਸ ਪਵਿੱਤਰ ਗ੍ਰੰਥ ਨੂੰ ਮੈਂ ਮੱਥੇ ਦੇ ਨਾਲ ਲਗਾਨਾ, ਇਹ ਸਾਡੇ ਲਈ ਉਦਾਂ ਹੀ ਸਤਿਕਾਰਯੋਗ ਨੇ ਜਿੱਦਾਂ ਸਾਡੇ ਗ੍ਰੰਥ ਨੇ, ਪਰ ਇਹਨੂੰ ਕਿਸੇ ਗਰੀਬ ਨੂੰ ਇਹ ਕਹਿ ਕੇ ਵੇਚਣਾ ਕਿ ਤੇਰਾ ਕੈਂਸਰ ਠੀਕ ਹੋ ਜਾਏਗਾ ਜਾਂ ਤੂੰ ਲੱਖ ਰੁਪਇਆ ਲਿਆ ਜਾਂ ਈਸਾਈ ਬਣ, ਇਹ ਸ਼ਾਇਦ ਸਾਡੇ ਧਰਮਾਂ 'ਚ ਨਹੀਂ ਹੈ। ਇਹ ਪੰਜਾਬ ਦੇ ਵਿੱਚ ਕਿਹੜਾ ਨਵਾਂ ਚਲਨ ਚੱਲ ਗਿਆ ਹੈ, ਪੰਜਾਬ ਦੀਆਂ ਸਰਕਾਰਾਂ ਕਿਵੇਂ ਅੱਖਾਂ ਮੂੰਦ ਕੇ ਬੈਠੀਆਂ, मैं हैरान हाँ। आओ जानते हैं इस दुख भरे परिवार तो अगली कहानी। फिर क्या हुआ जी? जी आप प्लीज इसको रख लीजिए। फिर क्या हुआ? जैसा फिर उसके बाद प्रॉफिट भजिंदर सिंह ने मेरी बहन के सर पे हाथ रख के प्रार्थना किया, हमें तेल दिया और उन्होंने आश्वासन, उन्होंने बोला गारंटी इसका कैंसर खत्म हो गया है, आप 1 हफ्ता मतलब 10-20 दिन बाद आप इसका चेक करवाइए। तो उसके बाद हम मुंबई लौट गए। हम ये किस दिन की बात है जब आप लौटे? ये हम लौटे, हमने 28 फरवरी 2021 को ये उनसे प्रार्थना करवाई। उसके बाद 1 तारीख को हम मुंबई लौट गए। उसके बाद 20 दिन बाद 24 मार्च 2021 को हमने उसका रिपोर्ट करवाया, सिटी स्कैन।
उसमें साफ साफ मेंशन किया है कि इसका कोई रिपोर्ट नहीं नॉर्मल है। इसका आप चाहे तो देख सकते हैं, इस पे मेरे पास। ये कितने दिन बाद रिपोर्ट करवाई आपने 20 दिन बाद, उन्होंने हमें से बोला था कि 20 दिन बाद एक बार रिपोर्ट करवा लीजिए आप, और इसमें साफ साफ मेंशन है कि इसके रिपोर्ट है 20 दिनों बाद जो इन्होंने मुंबई जाके चैकअप कराया अपनी बेटी का, कैंसर उवें दा उवें ही निकलिया। पर ना कोई कानूनी कार्रवाई, ना कोई इन्हों पूछने वाला कि किस बेस से तुसी लोगों का, गरीब हिंदुओं का, गरीब सिखां का धर्म परिवर्तन करा रहे हो, किस बेस से तुसी कैंसर दी दवाइयां दे रहे हो। कमाल, अपना देश वाकई रब के आसरे चल रहे। अच्छा फिर जी उसके बाद रिपोर्ट कराने के बाद हमने उनके प्रेयर टावर से फ़ोन किया, और फिर हमारी प्रोफेट भजेंद्र सिंह से बात हुई। उन्होंने हमसे कहा कि काम के जा वापस आ जाइए, मतलब एक बार आप फिर से आ जाइए। और इस बार जब हम इधर आए 11 अप्रैल, कल ही हम आए जलंधर अपनी बहन को लेके। और जलंधर जब आए तो मेरी बहन ठीक थी, चर्च में गई। उसके बाद फिर उनके जो वॉलंटियर्स थे उन्होंने प्रॉफिट भजेंद्र सिंह से ये प्रेयर करवाई, उनको वीडियो कॉन्फ्रेंस से करके उनसे प्रेयर करवाई। उसके बाद थोड़ी ही देर बाद उन्होंने प्रेयर किया, हाथ रख के ऐसा कुछ किया। उनके बाद थोड़ी ही देर बाद मेरी बहन की जो ब्रेथ थी वो लूज हो गई थी, इनफैक्ट कह सकते आप उसके नर्व्स वगैरह बंद हो गए थे। तो फिर मैंने उनसे कहा कि ऐसा क्यों हो रहा है, नर्व्स वगैरह क्यों बंद हो रहे हैं। फिर उनको नर्व्स चेक करने के बाद, सांस चेक करने के बाद क्लेम किया कि शी इज डाई, मतलब ये नहीं रही। तो फिर हमने फोन लगाया उनको, उन्होंने बोला कि कोई बात नहीं, आपको वीडियो पता ना, विश्वास करो बस, उस वीडियो में मैंने मरे हुए को जिंदा किया है। उसके बाद हमने ठीक है बोला, मैं आ रहा हूँ। उसके बाद उनके एक वॉलंटियर ने बोला कि मरे हुए जिंदा करना है तो ऐसा लगेगा। तो उसके बाद उन्होंने हमसे 50,000 मांगे, हमारे पास उतने नहीं थे। अच्छा, जब आपकी बहन मर गई तो दोबारा उसको जिंदा करने के लिए 50,000 रुपया और मांगा। बोला प्रभु को भेंट चढ़ाओ, 50,000 रुपया आप दो तो आपकी बहन जिंदा हो गई। बोला सर हमारे पास उतना नहीं है, हमारी बहन कैंसर पेशेंट है, हम उसका इलाज कराते कराते सारा जो था बैंक बैलेंस सब चीज वो खत्म हो गया है। तो हमारे पास जितना था हमने 30,000 करके दिया उनको। उसके बाद 30,000 देने के बाद हमने मेरी बहन की डेड बॉडी को उधर रखा था सुबह से शाम तक, शाम के 7 बजे तक। फिर वो आए, उन्होंने हमारी बहन के सर पे रख के प्रार्थना किया। उसके बाद हमने पूरा दिन उसको पंडाल में रखा, जैसा जैसा उन्होंने कहा हमने वो सब किया, ऑयल पिलाया, प्रार्थना किया, सर पटका, सब चीज किया। लेकिन उसके बाद भी कुछ ना हुआ, उसके बाद भी कुछ ना हुआ। और वो हमसे जब कुछ ना हुआ तो हमसे वो मिले तक नहीं, वो गाड़ी में अपनी बैठ के चले गए, हम ऐसे मुंह फेर के चले गए जैसे कुछ हुआ ही ना उनके साथ। और फिर उनके जो वॉलंटियर थे, किसी ने ना एम्बुलेंस ना किसी ने पूछा, सब बस देखते जा रहे थे। फिर ये हमारे कुणाल कोहली सर, इनके एक भाई हैं, मित्र हैं, वो उन्होंने हमें देखा और बोला कि आप कहाँ पे जा रहे हैं, तो बोला हम मुंबई जा रहे हैं। बोले इस बच्ची को क्या बोलो, बोला कि ये नहीं रही। जबकि हम उसकी जब मिनिस्ट्री में गए थे तो सब पूछे, जब उसकी डेथ हुई तो किसी ने एक कार तक, मतलब एक एम्बुलेंस तक नहीं करके दी। फिर इनके जो फ्रेंड थे, हाँ इनके जो फ्रेंड थे, उन्होंने उनकी जो व्हीकल थी उनसे हमें इनके इधर तक पहुंचाया। मेरी बहन अभी तक उसका अंतिम संस्कार नहीं हुआ। मैं इंसाफ के लिए कर रहा हूँ कि मेरी बहन के साथ जैसा हुआ किसी के साथ ना हो। कितने साल की उम्र थी आपकी बहन की? 16-17 साल की उम्र थी, वो छोटी बच्ची थी, ज्यादा बड़ी नहीं थी। बहन जी आपसे बात करते हैं कि इतना आपके बेटे ने बताया कि कितना कष्ट आपने उठाया। आपकी बेटी को पहले तो कैंसर था, वही अपने आप में बड़ा कष्ट है, उसका दर्द हम फील नहीं कर सकते। आप उसके परिवार वाले हो, आप फिर भी फील कर सकते हो, आपने उसका इलाज करवाया। उसके बाद जिस प्रकार से आपका धर्म परिवर्तन करवाया गया, आपके साथ एक प्रकार से जो आपके साथ ठगी हुई है, आप क्या महसूस करते हैं और क्या मांग करते हैं? मैं तो यही बोलूंगी उस भजेंद्र सिंह को कानून कार्रवाई किया जाए, हमारी बच्ची को इंसाफ मिलना चाहिए और किसी को, किसी माँ बहन के साथ, बेटी के साथ ऐसा धोखाधड़ी ना हो। मैं तो इतना ही बोल सकती हूँ क्योंकि मैं अपनी बच्ची का दर्द से मैं बहुत ये हो गई और मेरे को पूरा विश्वास था कि भजेंद्र सिंह जिंदा करेंगे और उसने मुझे बहुत बुरी तरह से फंसा दिया है। और मैं एक भाजी बेचने वाली, मेरे हस्बैंड गुजर गए और मेरे घर में कमाने वाले कोई नहीं है, मैं अकेली दोनों बच्चे को हैंडल करती थी। ਇਹਨਾਂ ਦੀਆਂ ਅੱਖਾਂ 'ਚ ਤੁਸੀਂ ਦੁੱਖ ਦੇਖ ਸਕਦੇ ਹੋ, ਦਰਦ ਦੇਖ ਸਕਦੇ ਹੋ। ਮੈਂ ਕੋਲ ਖੜਾ ਮਹਿਸੂਸ ਕਰ ਰਿਹਾ ਕਿ ਗਰੀਬ ਪਰਿਵਾਰ ਤੇ ਕੀ ਬੀਤਦੀ ਹੋਏਗੀ ਜਿਹੜੇ ਮੁੰਬਈ ਤੋਂ ਆਪਣੀ ਬੇਟੀ ਦੀ ਜਾਨ ਬਚਾਉਣ ਲਈ, ਆਪਣੇ ਬੇਟੀ ਦਾ ਇਲਾਜ ਕਰਾਉਣ ਲਈ ਆਏ। ਉਹਨਾਂ ਦਾ ਧਰਮ ਵੀ ਪਰਿਵਰਤਨ ਕਰ ਦਿੱਤਾ ਗਿਆ, ਉਹਨਾਂ ਕੋਲ ਪੈਸਾ ਵੀ ਮੰਗਿਆ ਗਿਆ ਤੇ ਅਖੀਰ ਉਹਨਾਂ ਦੀ ਬੇਟੀ ਦਾ ਵੀ ਜਿਹੜਾ ਹੈਗਾ ਸਵਾਸ ਨਿਕਲ ਗਏ ਤੇ ਮੁੜ ਕੇ ਉਹਨਾਂ ਨੂੰ ਪੁੱਛਿਆ ਤੱਕ ਨਹੀਂ। ਉਹਨਾਂ ਦੀ ਬੇਟੀ ਦੀ ਡੈੱਡ ਬੋਡੀ ਮੁੰਬਈ ਕਿੱਦਾਂ ਪਹੁੰਚੇਗੀ ਉਹਦਾ ਵੀ ਕਿਸੇ ਨੇ ਇਲਾਜ ਨਹੀਂ ਕੀਤਾ।
ਉਹਨਾਂ ਦਾ ਸਾਥ ਦੇਣ ਕੁਰਨਾਲ ਕੋਹਲੀ ਹਿੰਦ ਕ੍ਰਾਂਤੀ ਦਲ ਦੇ ਮੇਰੇ ਸਾਡੇ ਦੋਸਤ ਨੇ ਜਲੰਧਰ ਤੋਂ ਇੱਕ ਸਮਾਜ ਸੇਵੀ ਸੰਸਥਾ ਚਲਾ ਰਹੇ ਨੇ। ਅਸੀਂ ਉਹਨਾਂ ਨਾਲ ਹੁਣ ਗੱਲ ਕਰਦੇ ਹਾਂ। ਅੱਜ ਇਹ SSP ਦਫ਼ਤਰ ਜਲੰਧਰ ਪਹੁੰਚੇ ਨੇ ਕੰਪਲੇਂਟ ਦੇਣ। ਕੀ ਕੰਪਲੇਂਟ ਦੇਣ ਆਏ ਨੇ ਉਹਦੀ ਪੂਰੀ ਡਿਟੇਲ ਅਸੀਂ ਕੁਰਨਾਲ ਕੋਹਲੀ ਕੋਲ ਜਾਣਦੇ ਹਾਂ। ਕੁਰਨਾਲ ਜੀ ਦੱਸਿਓ ਕਿ ਕੀ ਹੁਣ ਤੁਸੀਂ ਅੱਗੇ ਕੀ ਅਗਲੇਰੀ ਕਾਰਵਾਈ ਕੀ ਕਰ ਰਹੇ ਹੋ? ਅਗਲੀ ਕਾਰਵਾਈ ਜੀ ਆਪਾਂ SSP ਸਾਹਿਬ ਨੂੰ ਮਿਲੇ ਸੀਗੇ, ਉਹਨਾਂ ਨੇ SPD ਸਾਹਿਬ ਨੂੰ ਮਾਰ ਕੀਤੀ ਕੰਪਲੇਂਟ ਤੇ SPD ਸਾਹਿਬ ਨੇ ਅੱਗੋਂ ਦੀ SHO ਸਾਹਿਬ ਦੀ ਡਿਊਟੀ ਲਾਈ ਹੈ ਕਿ ਲੜਕੀ ਦੀ ਡੈਡ ਬੋਡੀ ਦਾ ਪੋਸਟਮਾਰਟਮ ਕਰਾਇਆ ਜਾਏ ਤੇ ਇਹਨਾਂ ਦੇ ਬਿਆਨ ਲੈ ਕੇ ਜੋ ਬਣਦੀ ਕਾਰਵਾਈ ਜਲਦ ਤੋਂ ਜਲਦ ਕੀਤੀ ਜਾਏਗੀ ਤਾਂ ਕਿ ਇਹਨਾਂ ਨੂੰ ਪਰੇਸ਼ਾਨੀ ਨਾ ਹੋਵੇ, ਕਿਉਂਕਿ ਇਹਨਾਂ ਨੇ ਵੀ ਬੰਬੇ ਜਾਣਾ ਵਾਪਸ, ਤੇ ਜਲਦ ਤੋਂ ਜਲਦ ਇਹਨਾਂ ਤੇ ਬਣਦੀ ਕਾਰਵਾਈ ਤਾਂ ਕਿ ਜਿਹੜੇ ਅੱਜ ਇਹਨਾਂ ਨਾਲ ਠੱਗੀ ਦਾ ਸ਼ਿਕਾਰ ਹੋਏ ਨੇ, ਇਹਨਾਂ ਦੇ ਜਿਹੜਾ ਬਰਜਿੰਦਰ ਸਿੰਘ ਪਾਸਾ ਜੋ ਠੱਗੀਆਂ ਕਰ ਰਿਹਾ ਲੋਕਾਂ ਨਾਲ, ਅਸੀਂ ਇਹੀ ਚਾਹੁੰਦੇ ਹਾਂ ਕਿ ਹੋਰ ਵੀ ਲੋਕਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਇਹ ਸਿਰਫ ਬੰਦਿਆਂ ਨੂੰ ਠੱਗੀਆਂ ਕਰ ਰਿਹਾ, ਪੈਸਾ ਆਪਣਾ ਕਮਾ ਰਿਹਾ, ਵੱਡੀ ਵੱਡੀ ਗੱਡੀਆਂ 'ਚ ਘੁੰਮ ਰਿਹਾ, ਏਦਾਂ ਦੇ ਮਾਸੂਮ ਗਰੀਬ ਬੰਦਿਆਂ ਕੋਲੋਂ ਉਹਨਾਂ ਦਾ ਖੂਨ ਨਿਚੋੜ ਕੇ ਪੈਸਾ ਲੈ ਰਿਹਾ। ਇਹਨਾਂ ਅੰਤ ਤੇ ਮਾੜਾ ਹੀ ਹੋਣਾ ਹੈ, ਲੇਕਿਨ ਫਿਰ ਵੀ ਅਸੀਂ ਇਹ ਚਾਹੁੰਦੇ ਹਾਂ, ਪ੍ਰਸ਼ਾਸਨ ਕੋਲ ਇਹੀ ਮੰਗ ਕਰਦੇ ਹਾਂ ਕਿ ਏਦਾਂ ਦੇ ਬੰਦਿਆਂ ਦਾ ਨਕੇਲ ਕੱਤੀ ਜਾਵੇ। ਇਹ ਜਿਹੜੀਆਂ ਦਵਾਈਆਂ ਵੇਚ ਰਹੇ ਇਹਨਾਂ ਦੀ ਵੀ ਜਾਂਚ ਕੀਤੀ ਜਾਵੇ ਤੇ ਇਹਨਾਂ ਦੇ ਜਿਹੜੇ ਇਹਨਾਂ ਕੋਲ ਫੰਡ ਆ ਰਹੇ ਆ, ਇਹ ਕਿੱਥੋਂ ਦੀ ਇੰਨਾ ਪੈਸਾ ਕਮਾ ਰਿਹਾ, ਉਹਦੀ ਵੀ ਸਾਰੀ ਜਾਂਚ ਕੀਤੀ ਜਾਵੇ ਤੇ ਇਹਨਾਂ ਦਾ ਸਾਰਾ ਧੰਦਾ ਬੰਦ ਕੀਤਾ ਜਾਵੇ। ਇਲੈਕਸ਼ਨ ਅਗਲੇ ਸਾਲ ਆ ਰਹੇ ਨੇ, ਇਲੈਕਸ਼ਨ ਦਾ ਮਾਹੌਲ ਹੈ, ਇਹੋ ਜਿਹੇ ਲੋਕ ਜਿਹੜੇ ਜਿਵੇਂ ਤੁਸੀਂ ਪਾਸਟਰ ਬਲਜਿੰਦਰ ਦੀ ਗੱਲ ਕਰ ਰਹੇ ਹੋ, ਬਲਜਿੰਦਰ ਦੀ, ਇਹੋ ਜਿਹੇ ਲੋਕਾਂ ਨੂੰ ਪ੍ਰਮੋਟ ਵੀ ਸਿਆਸਤਦਾਨਾਂ ਨੇ ਕੀਤਾ ਹੈ। ਇਹਨਾਂ ਨੂੰ ਅਣਗਿਣਤ ਫੰਡ ਆ ਰਿਹਾ ਹੈ, ਕੋਈ ਇਹਨਾਂ ਤੋਂ ਪੁੱਛ ਪੜਤਾਲ ਨਹੀਂ ਹੋ ਰਹੀ। ਲਗਾਤਾਰ ਇਹੋ ਜਿਹੀਆਂ ਸਟੋਰੀਜ਼ ਵੀ ਅਖਬਾਰਾਂ 'ਚ ਚੈਨਲਾਂ 'ਤੇ ਵੀ ਆਉਂਦੀਆਂ ਰਹੀਆਂ। ਤੁਹਾਨੂੰ ਲੱਗਦਾ ਹੈ ਕਿ ਇਹਦੇ 'ਤੇ ਕੋਈ ਕਾਰਵਾਈ ਹੁੰਦੀ ਨਜ਼ਰ ਆਏਗੀ? ਦੇਖੋ ਜੀ, ਜਿਸ ਤਰੀਕੇ ਨਾਲ ਲੋਕਾਂ ਨਾਲ ਠੱਗੀਆਂ ਕੀਤੀ ਜਾ ਰਹੀਆਂ, ਜੇ ਆਪਾਂ ਮੀਡੀਆ ਰਾਹੀਂ ਸਭ ਦੇ ਤੁਹਾਡੇ ਰਾਹੀਂ ਆਪਾਂ ਸਾਹਮਣੇ ਲਿਆ ਰਹੇ ਹਾਂ, ਇਹ ਸਾਹਮਣੇ ਜਿੰਦੀ ਜਾਗਦੀ ਮਿਸਾਲ ਹੈ। ਇਹ ਅਗਰ ਮੀਡੀਆ ਵਿੱਚ ਦੇਖ ਕੇ ਵੀ ਜਿੰਦੀ ਜਾਗਦੀ ਮਿਸਾਲ ਦੇਖ ਕੇ ਵੀ ਲੋਕਾਂ ਨੂੰ ਅਗਰ ਸਮਝ ਆ ਜਾਵੇ ਤੇ ਸਾਡਾ ਤੇ ਇਹੀ ਬਸ ਇੱਕ ਕਹਿੰਦੇ ਹੋ ਨਾ, ਅਸੀਂ ਕਰਨਾ ਚਾਹੁੰਦੇ ਕਿ ਬੱਚੇ ਸਾਰਿਆਂ ਨੂੰ ਪਤਾ ਲੱਗੇ ਕਿ ਇਹ ਸਭ ਠੱਗੀਆਂ ਹੋ ਰਹੀਆਂ, ਇਹਨਾਂ ਦੇ ਝਾਂਸੇ ਵਿੱਚ ਨਾ ਫਸੋ। ਆਪਣਾ ਤੁਸੀਂ ਜਿਹਨੂੰ ਵੀ ਮੰਨਦੇ ਹੋ ਉਹਨਾਂ ਅੱਗੇ ਹੱਥ ਜ਼ਰੂਰ ਜੋੜੋ, ਲੇਕਿਨ ਇਹਨਾਂ ਵਰਗੇ ਪਾਸਟਰਾਂ ਦੇ ਕੋਲ ਜਾ ਕੇ ਆਪਣਾ ਜੋ ਵੀ ਆਪਣੀ ਤੁਸੀਂ ਪੂੰਜੀ ਹੈ ਉਹ ਵੀ ਨਾ ਲੁਟਾਓ ਤੇ ਨਾਲੇ ਜਿਹੜੇ ਮਾਹਿਰ ਡਾਕਟਰ ਹੈ ਡਾਕਟਰਾਂ ਕੋਲੋਂ ਇਲਾਜ ਕਰਾਓ। ਇਹਨਾਂ ਦੇ ਚੱਕਰਾਂ 'ਚ ਨਾ ਪਾਓ, ਨਾ ਅੰਧ ਵਿਸ਼ਵਾਸ ਦੇ ਚੱਕਰਾਂ 'ਚ ਪਾਓ ਤੇ ਆਪਣਾ ਬਚਾਅ ਕਰੋ। ਇਸੇ ਮਾਮਲੇ 'ਚ ਸਾਡੇ ਨਾਲ ਗੱਲਬਾਤ ਕਰਨ ਲਈ ਖਾਸ ਤੌਰ ਤੇ ਆਏ ਨੇ ਸ਼ਿਵ ਸੈਨਾ ਬਾਲ ਠਾਕਰੇ ਦੇ ਅਰੋੜਾ ਸਾਹਿਬ। ਅਰੋੜਾ ਸਾਹਿਬ, ਆਪਣਾ ਨਾਮ ਦੱਸੋ, ਆਪਣਾ ਅਹੁਦਾ ਦੱਸੋ ਤੇ ਤੁਸੀਂ ਕੀ ਮੰਗ ਕਰਦੇ ਹੋ? ਮੈਂ ਸ਼ਿਵ ਸੈਨਾ ਬਾਲ ਠਾਕਰੇ ਤੋਂ ਪੰਜਾਬ ਸਚਿਵ ਆਸ਼ੀਸ਼ ਅਰੋੜਾ। ਮੈਂ ਇੱਕ ਇਹਨਾਂ ਤੋਂ ਪ੍ਰਸ਼ਾਸਨ ਤੋਂ ਤਾਂ ਇਹੀ ਮੰਗ ਕਰਾਂਗਾ, ਕਿਉਂਕਿ ਸਾਨੂੰ ਇਹ ਪਤਾ ਹੈ ਕਿ ਅਸੀਂ ਕੰਪਲੇਂਟ ਦੇ ਦਿੱਤੀ ਹੈ, ਇਹ 'ਤੇ ਕਾਰਵਾਈ ਏਡੀ ਜਲਦੀ ਨਹੀਂ ਹੋਣੀ, ਕਿਉਂਕਿ ਉਹਨਾਂ ਦੇ ਬਹੁਤ ਵੱਡੇ ਹੱਥ ਹੈ। ਜੋ ਸਾਨੂੰ ਉਮੀਦ ਹੈ, ਵੈਸੇ ਅਫਸਰਾਂ ਨੇ ਤਾਂ ਸਾਨੂੰ ਆਸ਼ਵਾਸਨ ਦਿੱਤਾ ਕਿ ਉਹਨਾਂ 'ਤੇ ਪਰਚਾ ਦਰਜ ਕਰ ਦਿੱਤਾ ਜਾਏਗਾ, ਜੋ ਬਣਦੀ ਕਾਰਵਾਈ ਕੀਤੀ। ਪਾਸਟਰ ਬਲਜਿੰਦਰ ਦੇ ਖਿਲਾਫ SSP ਜਲੰਧਰ ਨੂੰ ਕੰਪਲੇਂਟ ਦਿੱਤੀ ਹੈ ਪੀੜਤ ਪਰਿਵਾਰ ਵੱਲੋਂ, ਜਿਨ੍ਹਾਂ ਦੀ ਬੇਟੀ ਕੈਂਸਰ ਦੀ ਮਰੀਜ਼ ਸੀ ਤੇ ਉਹਨੂੰ ਠੀਕ ਕਰਨ ਦੇ ਬਹਾਨੇ ਦੇ ਨਾਲ ਉਹਨਾਂ ਦਾ ਧਰਮ ਦੀ ਪੰਡਿਤ ਉਹਨਾਂ ਨੂੰ ਕਦੇ ਕ੍ਰਿਸਚੀਅਨ ਬਣਾਇਆ ਗਿਆ ਬੰਦਾ ਨੂੰ, ਫਿਰ ਉਹਦੀ ਬੇਟੀ ਦੇ ਇਲਾਜ ਦੇ ਨਾਮ ਤੇ ਪੈਸਾ ਵਸੂਲਿਆ ਗਿਆ। ਜਦੋਂ ਪੈਸਾ ਨਹੀਂ ਦੇ ਸਕੇ ਤੇ ਫਿਰ ਉਹਨਾਂ ਦਾ ਧਰਮ ਪਰਿਵਰਤਨ ਕਰਵਾ ਦਿੱਤਾ ਗਿਆ। ਜਦੋਂ ਬੇਟੀ ਦੀ ਕੱਲ੍ਹ ਬਹੁਤ ਕ੍ਰਿਟੀਕਲ ਕੰਡੀਸ਼ਨ ਸੀ ਤੇ ਬੇਟੀ ਦੀ ਡੈਥ ਹੋ ਗਈ ਤੇ ਫਿਰ ਉਹਨਾਂ ਨੂੰ 50,000 ਰੁਪਇਆ ਮੰਗਿਆ ਗਿਆ। ਇਹ ਪੂਰੀ ਕੰਪਲੇਂਟ SSP ਜਲੰਧਰ ਨੂੰ ਪਹੁੰਚੀ ਹੈ, ਜੋ ਕਿ ਮਾਰਕ ਹੋਈ ਹੈ SPD ਸਰਦਾਰ ਮਨਪ੍ਰੀਤ ਸਿੰਘ ਢਿੱਲੋਂ ਸਾਹਿਬ ਨੂੰ। ਆਪਾਂ ਇਹਨਾਂ ਤੋਂ ਪੁੱਛਦੇ ਹਾਂ ਕਿ ਸਰ ਤੁਹਾਡੇ ਕੋਲ ਕੰਪਲੇਂਟ ਆਈ ਹੈ ਪਾਸਟਰ ਬਲਜਿੰਦਰ ਦੇ ਖਿਲਾਫ, ਉਹਦੇ ਮੈਨੂੰ ਥੋੜ੍ਹਾ ਜਿਹਾ ਦੱਸੋ ਉਹਦੇ ਖਿਲਾਫ ਕੀ ਕਾਰਵਾਈ ਬਣੇਗੀ? ਮਾਨਯੋਗ SSP ਸਾਹਿਬ ਨੂੰ ਕੰਪਲੇਂਟ ਮਾਰ ਹੋਈ ਹੈ, ਉਹਦੀ ਗਹਿਰਾਈ ਜਾਂਚ ਕਰਕੇ ਬਹੁਤ ਕਾਰਵਾਈ ਕੀਤੀ ਜਾਏਗੀ। ਸਰ, ਇੱਕ ਉਹਦੀ ਵੀਡੀਓ ਵੀ ਦਿਖਾਈ ਜਾ ਰਹੀ ਹੈ ਕਿ ਉਹ ਮਰੇ ਬੱਚੇ ਨੂੰ ਜ਼ਿੰਦਾ ਕਰ ਰਿਹਾ, ਉਹਦੀ ਵੀ ਉਹਨਾਂ ਨੇ ਨਾਲ ਕੰਪਲੇਂਟ ਦੇ ਵਿੱਚ ਮੈਂਸ਼ਨ ਕੀਤਾ ਹੈ। ਇਹ ਸਾਰੇ ਘਟਨਾਕ੍ਰਮ ਨੂੰ ਤੁਸੀਂ ਗੰਭੀਰਤਾ ਨਾਲ ਜਾਂਚੋ? ਬਿਲਕੁਲ ਦੱਸਾਂਗੇ, ਸਾਡੀ ਵੀਡੀਓ ਸਾਡੇ ਕੋਲ ਆਈ ਨਹੀਂ, ਜਦੋਂ ਆਏਗੀ ਉਹਦੀ ਬਰੀਕੀ ਨਾਲ ਦੇਖਿਆ ਜਾਏਗਾ। ਮਾਮਲੇ ਬਾਰੇ ਜਦੋਂ ਚਰਚ ਦੇ ਪ੍ਰਤੀਨਿਧੀ ਅਤੇ ਪ੍ਰੈਜ਼ੀਡੈਂਟ ਅਵਤਾਰ ਸਿੰਘ ਹੋਣਾ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਆਪਣਾ ਪੱਖ ਰੱਖਦੇ ਹੋਏ ਕੀ ਕਿਹਾ, ਆਓ ਤੁਹਾਨੂੰ ਸੁਣਾਉਂਦੇ ਹਾਂ। ਨਹੀਂ ਕੋਈ ਗੱਲ ਹੀ ਨਹੀਂ ਹੈ, ਬੇਬੁਨਿਆਦ ਗੱਲਾਂ ਹੈ। ਦੇਖੋ ਕੋਈ ਹੁਣ ਸਾਨੂੰ ਕੀ ਪਤਾ, ਕੋਈ ਟੈਸਟ ਕਰਕੇ ਲੈ ਕੇ ਆ ਗਿਆ ਇੱਕ ਚਰਚ ਦੇ ਅੰਦਰ, ਮੁੜ ਕੇ ਮਤਲਬ ਇਹੋ ਜਿਹੀ ਗੱਲ ਬਣਾ ਦਿੱਤੀ ਤਾਂ ਕੀ ਮੇਰੀ ਸਾਜ਼ਿਸ਼ ਹੈ? ਨਹੀਂ, ਦੋ ਗੱਲਾਂ ਹੈ। ਪਹਿਲੀ ਗੱਲ ਤਾਂ ਇਹ ਵਾ ਕਿ ਉਹਨਾਂ ਨੇ ਨਾ ਪੂਰਾ ਉਹਨਾਂ ਕੋਲ ਸਬੂਤ ਨੇ ਕਿ ਜੀ ਅਸੀਂ ਇੰਨੀ ਤਰੀਕ ਨੂੰ ਇਸ ਨੰਬਰਾਂ 'ਤੇ ਗੱਲ ਕੀਤੀ। ਕੱਲ੍ਹ ਉਹ ਕਹਿੰਦੇ ਅਸੀਂ ਜਦੋਂ ਲੈ ਕੇ ਆਏ ਅਲਾਈਵ ਸੀ ਬੇਟੀ ਸਾਡੀ, ਉਹਨੂੰ ਤੁਸੀਂ ਦਵਾਈ ਵੀ ਦਿੱਤੀ, ਉਹਦਾ ਕੋਈ ਤੇਲ ਵੀ ਦਿੱਤਾ। ਦਵਾਈ ਕਿਹੜੀ ਮਿਲਦੀ ਜੀ ਦੱਸੋ? ਨਹੀਂ, ਉਹਨਾਂ ਨੇ ਕਿ ਤੁਸੀਂ ਕੋਈ ਤੇਲ ਦਿੱਤਾ, ਉਹਨਾਂ ਨੂੰ ਤੇਲ ਵੀ ਲਾਉਣ ਵਾਸਤੇ ਦਿੱਤਾ ਸੀਗਾ। ਉਹ ਤੇਲ ਨਹੀਂ, ਵੇਖੋ ਇੱਥੇ ਜਿਸ ਤਰ੍ਹਾਂ ਤੇਲ ਪ੍ਰੇਰ ਕੀਤਾ ਤੇਲ ਹੈ ਉਹ ਲਾਇਆ ਹੋਊਗਾ, ਚਲੋ ਆਏ ਆ, ਉਹਦੀ ਜਿਸ ਤਰ੍ਹਾਂ ਰੂਟੀਨ 'ਚ ਕੋਈ ਆ ਰਿਹਾ ਲਗਾਇਆ, ਲੈ ਰਿਹਾ ਲਗਾ ਲਿਆ, ਉਹਦੇ ਵਿੱਚ ਸਾਡਾ ਤੇ ਨਹੀਂ ਨਾ ਕੋਈ ਦੇ ਵਿੱਚ ਹੈਗਾ ਰੋਜ਼ ਦੀ।
ਜੇ ਉਹ ਪ੍ਰਮਾਤਮਾ ਦੀ ਮਰਜ਼ੀ ਨਹੀਂ ਹੈ, ਪ੍ਰਮਾਤਮਾ ਦੇ ਹੱਥ ਵਾਸਤੇ ਸਾਰਾ ਕੁਛ ਨਹੀਂ, ਪਰ ਤੁਹਾਡੀ ਉਹਨਾਂ ਨੇ ਨਾ ਇੱਕ ਵੀਡੀਓ ਦਿਖਾਈ ਹੈ ਜਿਹੜੀ ਉਹ ਦੇਖ ਕੇ ਆਏ ਸੀ, ਜਿਹਦੇ ਵਿੱਚ ਆਪਣੇ ਤੁਹਾਡੇ ਜਿਹੜੇ ਪਾਸਟਰ ਨੇ ਉਹ ਮਰੇ ਬੱਚੇ ਨੂੰ ਜਿੰਦਾ ਕਰਦੇ ਪਏ ਨੇ। ਨਹੀਂ ਬਿਲਕੁਲ ਉਹ ਦੇਖ ਕੇ ਆਏ ਹੋਣਗੇ, ਉਹਨਾਂ ਦਾ ਕੋਈ ਵਿਸ਼ਵਾਸ ਹੋਏਗਾ। ਨਹੀਂ, ਮਰੇ ਬੱਚੇ ਨੂੰ ਜਿੰਦਾ ਕਰਨ ਦਾ ਮੈਨੂੰ ਥੋੜਾ ਜਿਹਾ ਲੌਜੀਕ ਤੇ ਦੱਸੋ ਨਾ, ਕੀ ਸੀਨ ਸੀਗਾ? ਲੌਜਿਕ ਹੀ ਮੈਂ ਦੇਖੋ ਪਤਾ ਕੀ ਗੱਲ ਹੈ, ਇਹ ਲੌਜਿਕ ਬੈਠ ਕੇ ਗੱਲਾਂ ਹੁੰਦੀਆਂ, ਟੈਲੀਫੋਨ ਤੇ ਗੱਲਾਂ ਨਹੀਂ ਹੁੰਦੀਆਂ ਸਾਰੀਆਂ। ਨਹੀਂ, ਹੁਣ ਗੱਲ ਏਦਾਂ ਨਾ ਦੇਖੋ, ਅਸੀਂ ਤੁਹਾਡੇ ਵਰਸ਼ਨ ਤੋਂ ਬਿਨਾਂ ਚਲਾਣੀ ਨਹੀਂ। ਆਪਾਂ ਕੋਈ ਨਹੀਂ, ਬੈਠਣ ਦਾ ਮੌਕਾ ਦਿਓ, ਆਪਾਂ ਤੁਹਾਨੂੰ ਮਿਲ ਲਾਂਗੇ, ਮਿਲਣ ਤੋਂ ਬਾਅਦ ਆਪਾਂ ਕਰੀਏ। ਨਹੀਂ ਜੀ ਕੋਈ ਬੇਬੁਨਿਆਦ ਗੱਲਾਂ ਹੈ ਵੀ ਕੋਈ ਕੋਈ ਮਿਲੀ ਕੋਈ ਸਾਜ਼ਿਸ਼ ਹੋਏਗੀ ਇਹ ਜੀ ਗੱਲਾਂ ਕਰਨ ਦਾ, ਦੇਖੋ ਬਦਨਾਮ ਕਰਨ ਵਾਲੀ ਗੱਲ ਹੈ। ਨਹੀਂ, ਪਰ ਮੈਨੂੰ ਇਹ ਵੀ ਗੱਲ ਸਮਝ ਨਹੀਂ ਨਾ ਆਈ, ਤੁਸੀਂ ਜਿਹੜੀ ਵੀਡੀਓਜ਼ ਦੇਖੋ, ਮੈਂ ਮੰਨਦਾ ਤੁਹਾਡਾ ਪੱਖ ਮੈਂ ਮੰਨਦਾ, ਤੁਸੀਂ ਕਹਿੰਦੇ ਬਦਨਾਮ ਲਈ, ਪਰ ਜਿਹੜੀ ਤੁਸੀਂ ਵੀਡੀਓ ਪਾ ਰਹੇ ਹੋ ਕਿ ਬੱਚਾ ਮਰ ਗਿਆ ਉਹਨੂੰ ਜਿੰਦਾ ਕਰਤਾ, ਦੇਖੋ ਵੀਡੀਓ ਪਾਈ ਹੈ ਉਹ, ਦੇਖੋ ਵੀਡੀਓ ਜਿਹੜੀ ਪਾਈ ਹੈ ਨਾ ਉਹ ਆਟੋਮੈਟਿਕਲੀ ਦੇਖੋ ਬੱਚਾ ਠੀਕ ਹੋਇਆ, ਉਹਨੂੰ ਆਸ਼ੀਸ਼ ਮਿਲੀ, ਉਹ ਵੀਡੀਓ ਇੱਕ ਪ੍ਰਫੁੱਲਤ ਹੋ ਗਈ। ਨਹੀਂ ਤੇ ਫਿਰ ਕੈਂਸਰ ਵਾਲੀ ਨੂੰ ਆਸ਼ੀਸ਼ ਕਿਉਂ ਨਹੀਂ ਮਿਲੀ ਹੈ, ਕਿਉਂ ਮਰ ਗਈ? ਦੇਖੋ ਇਹ ਜਿਹੜੀ ਗੱਲ ਹੁੰਦੀ ਹੈ ਨਾ, ਦੇਖੋ ਕਿਉਂ ਨਹੀਂ ਮਿਲੀ ਹੁਣ ਮੈਂ ਕਿ ਚਰਚ ਜੋ ਨਾ ਮੈਂ ਬਿਮਾਰ ਨਹੀਂ ਹੋ ਸਕਦਾ। ਨਹੀਂ, ਉਹਨਾਂ ਨੇ ਇੱਕ ਗੱਲ ਹੋਰ ਕਹੀ ਹੈ, ਕਹਿੰਦੇ ਜਦੋਂ ਨਹੀਂ ਇੱਕ ਮਿੰਟ ਸੌਰੀ, ਇੱਕ ਗੱਲ ਹੋਰ ਉਹਨਾਂ ਨੇ ਕਹੀ ਕਿ ਜਦੋਂ ਸਾਡੀ ਲੜਕੀ ਦੀ ਡੈਥ ਹੋ ਗਈ ਨਾ, ਅਸੀਂ ਇਹਨਾਂ ਨੂੰ ਕਿਹਾ ਕਿ ਲੜਕੀ ਦੀ ਡੈਥ ਹੋਈ ਹੈ, ਕਹਿੰਦੇ ਜੇ ਹੁਣ ਤੁਸੀਂ ਅੱਗੇ ਆਸ਼ੀਸ਼ ਲੈਣੀ ਹੈ ਤੇ 50,000 ਰੁਪਏ ਜਮ੍ਹਾਂ ਕਰਾਓ। ਨਹੀਂ ਦੇਖੋ, ਮੈਨੂੰ ਇਹ ਦੱਸੋ, ਤੁਸੀਂ ਬਿਲਕੁਲ ਇੱਕ ਹਿਊਮਨ ਬੀਇੰਗ ਇਨਸਾਨ ਸੋਚੋ ਕਿ ਇੱਕ ਬੰਦੇ ਦੀ ਡੈਥ ਹੋਈ ਹੋਵੇ, ਉਹਨੂੰ ਇਸ ਤਰ੍ਹਾਂ ਗੱਲ ਕਹੀ ਜਾ ਸਕਦੀ ਹੈ? ਸੋਚ ਸਕਦੇ ਆਪਾਂ ਇਹ ਗੱਲ? ਸੋਚ ਸਕਦੇ ਗੱਲ? ਨਹੀਂ, ਮੈਂ ਤੇ ਨਹੀਂ ਕਹਿ ਰਿਹਾ, ਲੇਕਿਨ ਗੱਲ ਆ ਉਹਨਾਂ ਦੀ ਰਿਟਰਨ ਗੱਲ ਇੱਕ ਆਪਾਂ ਇੱਕ ਜਨਰਲੀ ਗੱਲ ਕਰ ਲਈਏ, ਇੱਕ ਬੰਦੇ ਦਾ ਐਕਸੀਡੈਂਟ ਹੋਇਆ ਹੋਵੇ, ਉਹ ਮਰ ਗਿਆ ਹੋਵੇ ਤੇ ਆਪਾਂ ਕੀ ਰੁਪਏ 50,000 ਦੇ, ਜਾਂ ਕੋਈ ਮਰ ਗਿਆ ਹੋਵੇ ਲੋਕ 50,000 ਦੇ ਬਣ ਕੇ ਚੱਲ ਜਾਏ। ਇਹ ਤੇ ਇੱਕ ਗੱਲਾਂ ਐਵੇਂ ਜਾਣ ਕੇ ਦੇਖੋ, ਮਤਲਬ ਦੇਖੋ ਜੇ ਪ੍ਰਭੂ ਦੀ ਮਰਜ਼ੀ ਨਹੀਂ ਹੈਗੀ ਜਾਂ ਫਿਰ ਤੁਸੀਂ ਪ੍ਰਭੂ ਦੀ ਮਰਜ਼ੀ ਨਹੀਂ ਹੈ ਤੇ ਫਿਰ ਤੁਸੀਂ ਆਪਾਂ ਕਿੱਦਾਂ ਲੋਕਾਂ ਨੂੰ ਮਰਿਆਂ ਨੂੰ ਜਿੰਦਾ ਕਰ ਰਹੇ ਹਾਂ? ਨਹੀਂ ਮਰਿਆ ਜਿੰਦਾ, ਦੇਖੋ ਜਿਸ ਬੰਦੇ ਦੀ ਵਿਸ਼ਵਾਸ ਜਾਂ ਬੰਦਾ ਕੋਈ ਠੀਕ ਹੋ ਜਾਂਦਾ ਹੈ, ਉਹਦੇ ਬੰਦਾ ਚਲੋ ਕਹਿ ਰਹੇ, ਦੇਖੋ ਸਾਰੇ ਹੁਣ ਆਪਾਂ ਗੁਰਦੁਆਰੇ ਮੰਦਿਰਾਂ ਕਿਤੇ ਮਸਜਿਦ ਜਾਂਦੇ ਆ, ਕੋਈ ਆਤਮਰਾਤ ਲੈ ਕੇ ਜਾਂਦੇ? ਨਹੀਂ, ਮਤਲਬ ਤੁਹਾਡੇ ਕਹਿਣ ਦਾ ਤੁਸੀਂ ਇਹ ਆਰੋਪ ਨਕਾਰ ਦਿਓ ਕਿ ਤੁਸੀਂ ਨਾ ਤੇ ਉਹਨਾਂ ਦਾ ਧਰਮ ਪਰਿਵਰਤਨ ਕਰਾਉਣ ਤੋਂ ਪਹਿਲੇ ਲੱਖ ਰੁਪਏ ਮੰਗਿਆ? ਨਹੀਂ ਜੀ, ਕੋਈ ਨਾ, ਬਿਲਕੁਲ ਨਹੀਂ ਜੀ। ਉਹ ਕਹਿੰਦੇ ਕਿ ਸਾਨੂੰ ਕਿਹਾ ਗਿਆ ਜੀ ਕਿ ਲੱਖ ਰੁਪਈਆ ਦਿਓ, ਜੇ ਅਸੀਂ ਕਿਹਾ ਜੀ ਅਸੀਂ ਗਰੀਬ ਆਦਮੀ ਆ, ਅਸੀਂ ਸਬਜ਼ੀ ਵੇਚਦੇ ਆ, ਲੱਖ ਰੁਪਏ ਨਹੀਂ ਦੇ ਸਕਦੇ, ਕਹਿੰਦੇ ਫਿਰ ਧਰਮ ਪਰਿਵਰਤਨ ਕਰੋ, ਫਿਰ ਫ੍ਰੀ ਇਲਾਜ ਕਰ ਦਿੰਦੇ। ਨਹੀਂ ਇਹ ਤਕਲੀਫ ਤਾਂ ਦੇਖੋ, ਜਿਸ ਤਰ੍ਹਾਂ ਹੁਣ ਬੰਦਾ ਆਇਆ ਉੱਥੇ, ਦੇਖੋ ਹੁਣ ਉੱਥੇ ਕਿੰਨੀ ਦੁਨੀਆ ਦੀ ਸੰਗਤ ਆਉਂਦੀ ਹੈ, ਸੰਗਤ ਦੇ ਵਿੱਚ ਕੋਈ ਆ ਗਿਆ ਜੀ, ਉਹਨੂੰ ਕਿਸੇ ਸਾਡੇ ਵਲੰਟੀਅਰ ਨੇ ਅਟੈਂਡ ਕਰ ਲਿਆ, ਤੇਲ ਲਗਾ ਦਿੱਤਾ ਵੀ ਚਲੋ ਇੱਕ ਇਨਸਾਨੀਅਤ ਤੌਰ ਦੇ ਉੱਤੇ, ਇੱਕ ਜਿਸ ਤਰ੍ਹਾਂ ਹੁਣ ਆਪਾਂ ਕਿਸੇ ਸ਼ਰਧਾ ਨਾਲ ਕਿਤੇ ਜਾਣੇ ਤੋਂ ਜਲ ਮਿਲਦਾ ਜਾਂ ਕੋਈ ਚੀਜ਼ ਮਿਲਦੀ ਹੈ, ਠੀਕ ਲਾ ਦਿੱਤਾ, ਇਹ ਚ ਕੋਈ ਗੁਨਾਹ ਤੇ ਨਹੀਂ ਕਰ ਦਿੱਤਾ। ਤੇਲ ਤੇ ਤੁਸੀਂ ਲਾਇਆ ਏਦਾਂ ਨਹੀਂ ਨਾ, ਗੱਲ ਤੇ ਹੈ ਤੁਸੀਂ ਗੱਲ ਫਰਵਰੀ ਤੋਂ ਚੱਲਦੀ ਪਈ ਨਾ, ਫਰਵਰੀ ਦੇ ਵਿੱਚ ਪਹਿਲੇ ਤੁਸੀਂ ਉਹਨਾਂ ਨੂੰ ਮੇਰੀ ਬੇਨਤੀ ਸੁਣ ਲਓ, ਜੇ ਉਹ ਆਏ ਆ ਸਾਨੂੰ ਇਹ ਵੀ ਨਹੀਂ ਦੱਸਿਆ ਵੀ ਉਹ ਡੈਥ ਹੋਈ ਆਲਰੇਡੀ ਪਹਿਲਾਂ ਕਿ ਜਿੱਦਾਂ ਨਹੀਂ ਡੈਥ ਨਹੀਂ, ਉਹ ਕੁੜੀ ਚੰਗੀ ਭਲੀ ਚੱਲ ਕੇ ਆਈ ਹੈ ਤੁਹਾਡੇ ਕੋਲ, ਚੱਲ ਕੇ ਆਈ ਹੈ, ਉਸ ਤੋਂ ਬਾਅਦ ਤੁਸੀਂ ਉਹਦਾ ਜਦੋਂ ਟ੍ਰੀਟਮੈਂਟ ਕੀਤਾ ਕੋਈ ਉਹਨੂੰ, ਤੁਸੀਂ ਲੜਕੀ ਨੂੰ ਦੇਖਿਆ? ਤੁਸੀਂ ਨਹੀਂ, ਉਹਨਾਂ ਨੇ ਜੋ ਆਰੋਪ ਲਾਇਆ ਮੈਂ ਤਾਂ ਉਹਨਾਂ ਵੱਲੋਂ ਬੋਲ ਰਿਹਾ ਨਾ। ਤੁਸੀਂ ਉਹਨਾਂ ਨੂੰ ਪੁੱਛੋ ਲੜਕੀ ਚੱਲਣ ਦੇ ਜੋ ਦੀ ਫੋਟੋ ਦੇਖੋ, ਦੀ ਲੜਕੀ ਚੱਲਣ ਦੇ ਯੋਗ ਹੈਗੀ ਸੀ ਉਹ? ਅੱਛਾ, ਫਿਰ ਤੁਸੀਂ ਉਹਨੂੰ ਦੁਬਾਰਾ ਕਿਉਂ ਬੁਲਾਇਆ ਬੰਬੇ ਤੋਂ ਜੇ ਚੱਲਣ ਯੋਗ ਨਹੀਂ ਸੀ? ਨਹੀਂ ਕੋਈ ਇਹੋ ਜੀ ਕੋਈ ਗੱਲ ਨਹੀਂ ਹੋਈ ਨਾ, ਬਿਲਕੁਲ ਨਹੀਂ। ਉਹ ਤੇ ਆਪਣਾ ਹੁਣ ਵਿਊ ਦੇਈ ਜਾ ਰਿਹਾ, ਗੱਲਾਂ ਕਰੀ ਜਾ ਰਿਹਾ, ਜਾਂ ਤੇ ਕਿਸੇ ਦਾ ਕੋਈ ਇਹ ਤੇ ਹੁਣ ਉਹਨਾਂ ਦੀ ਡੈਥ ਹੋ ਗਈ ਜਾਂ ਡੈਥ ਪਿੱਛੋਂ ਹੋ ਕੇ ਆਈ ਐਂਬੂਲੈਂਸ ਤੇ ਲੈ ਕੇ ਆਏ। ਪਹਿਲੇ ਤੁਹਾਡੇ ਕੋਲ ਫਰਵਰੀ ਦੇ ਵਿੱਚ ਉਹ ਗਏ ਨੇ, ਤੁਸੀਂ ਕਿਹਾ ਜੀ 20 ਦਿਨਾਂ ਦੇ ਵਿੱਚ ਤੁਸੀਂ ਟੈਸਟ ਕਰਾ ਲਿਓ, ਇਹਦਾ ਕੈਂਸਰ ਠੀਕ ਹੋ ਜਾਏਗਾ। ਨਾ ਤੁਹਾਡੀ ਗੱਲ ਦਾ ਜਵਾਬ ਦੇ ਰਿਹਾ ਮੈਂ, ਤੁਹਾਡੀ ਗੱਲ ਦਾ ਇਹ ਵੀ ਤੁਸੀਂ ਕਹੇ ਐਂਬੂਲੈਂਸ ਤੇ ਲੈ ਕੇ ਆਏ, ਇਹਦਾ ਮਤਲਬ ਸੀਰੀਅਸ ਸੀ? ਮੈਂ ਕਹਿੰਦਾ ਭਾਵੇਂ ਸੀਰੀਅਸ ਸੀ, ਪਰ ਤੁਸੀਂ ਉਹਨੂੰ ਆਸ਼ਵਾਸਨ ਤੇ ਦਿੱਤਾ ਨਾ ਕਿ ਅਸੀਂ ਮਰੇ ਬੱਚੇ ਜਿੰਦਾ ਕਰਦੇ ਆ। ਕਿਹਦੇ ਨਾਲ ਗੱਲ ਹੋਈ? ਤੁਹਾਡੇ ਚੰਡੀਗੜ੍ਹ ਨੰਬਰ ਤੇ ਗੱਲ ਹੋਈ ਆ, ਅਪਾਇੰਟਮੈਂਟ ਪੂਰੀ ਫਿਕਸ ਹੋਈ ਆ, ਉਹਨਾਂ ਕੋਲ ਸਾਰੀ ਰਿਕਾਰਡਿੰਗਸ ਆ ਤੁਹਾਡੀ। ਲਾਸਟ ਗੱਲ ਦੱਸੋ, ਤੁਸੀਂ ਪੁਲਿਸ ਇਨਕੁਆਇਰੀ ਦੇ ਵਿੱਚ ਪ੍ਰੋਪਰ ਸ਼ਾਮਲ ਹੋਵੋਗੇ ਜੇ ਬੁਲਾਇਆ ਜਾਂਦਾ ਤਾਂ? ਬਿਲਕੁਲ, ਕੋਈ ਡਾਊਟ ਨਹੀਂ, ਆਪਾਂ ਦੱਸੋ ਆਪਾਂ ਕੋ ਭੱਜੇ, ਕੋਈ ਗੱਲ ਹੀ ਨਹੀਂ ਹੈ ਜੀ।